ਵੈਲਕਮ ਟੂ ਮਾਈ YouTube ਚੈਨਲ ਸ਼ਿਵਰਾਜ ਢਿੱਲੋਂ। ਚੈਨਲ ਨੂੰ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਦੇ ਆਈਕਨ ਨੂੰ ਕਲਿੱਕ ਕਰਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਔਨ ਕਰੋ ਅਤੇ ਨਾਲ ਹੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਸ਼ੇਅਰ ਅਤੇ ਲਾਈਕ ਜ਼ਰੂਰ ਕਰੋ। ਅੱਜ ਅਸੀਂ ਪੜ੍ਹਾਂਗੇ ਮਾਰਕਸਵਾਦ। ਮਾਰਕਸਵਾਦ ਬਾਰੇ 2 ਵੀਡੀਓ ਮੈਂ ਅਪਲੋਡ ਕਰ ਚੁੱਕਿਆ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਮਾਰਕਸਵਾਦ ਦੇ ਪ੍ਰਸ਼ਨਾਂ ਅਤੇ ਉੱਤਰਾਂ ਬਾਰੇ ਪੜ੍ਹਾਂਗੇ। ਇਹਦੇ ਵਿੱਚ 1 ਨੰਬਰ 2 ਨੰਬਰ 4 ਨੰਬਰ 6 ਨੰਬਰ ਸਾਰੇ ਹੀ ਪ੍ਰਸ਼ਨਾਂ ਦੀ ਦੁਹਰਾਈ ਕਰਵਾਈ ਜਾਵੇਗੀ। ਪ੍ਰਸ਼ਨ ਨੰਬਰ 1, ਕਾਰਲ ਮਾਰਕਸ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? 5 ਮਈ 1818 ਨੂੰ ਜਰਮਨੀ ਵਿੱਚ। ਪ੍ਰਸ਼ਨ ਨੰਬਰ 2, ਕਾਰਲ ਮਾਰਕਸ ਦੇ ਸਾਥੀ ਦਾ ਨਾਮ ਦੱਸੋ ਜਿਸ ਨੇ ਕਮਿਊਨਿਸਟ ਮੈਨੀਫੈਸਟੋ ਦਸਤਾਵੇਜ਼ ਲਈ ਮਾਰਕਸ ਨਾਲ ਮਿਲ ਕੇ ਕੰਮ ਕੀਤਾ। ਫਰੈਡਰਿਕ ਐਂਜਲਸ। ਜਿਹੜਾ ਕਮਿਊਨਿਸਟ ਮੈਨੀਫੈਸਟੋ ਨਾਂ ਦਾ ਮਹਾਨ ਜਿਹੜਾ ਗ੍ਰੰਥ ਸੀ ਜਾਂ ਸਮਾਜਵਾਦ ਦੇ ਸਿਧਾਂਤਾਂ ਦੀ ਜਿਹੜੀ ਕਿਤਾਬ ਸੀ ਉਹਨੂੰ ਕਾਰਲ ਮਾਰਕਸ ਨੇ ਆਪਣੇ ਸਾਥੀ ਫਰੈਡਰਿਕ ਐਂਜਲਸ ਦੇ ਨਾਲ ਮਿਲ ਕੇ ਲਿਖਿਆ ਸੀ। ਪ੍ਰਸ਼ਨ ਨੰਬਰ 3, ਮਾਰਕਸਵਾਦ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ। ਵਿਗਿਆਨਕ ਸਮਾਜਵਾਦ, ਕਿਰਤੀ ਸਮਾਜਵਾਦ ਅਤੇ ਮਾਰਕਸਵਾਦੀ ਸਮਾਜਵਾਦ। ਪ੍ਰਸ਼ਨ ਨੰਬਰ 4, ਵਿਗਿਆਨਕ ਸਮਾਜਵਾਦ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ? ਕਾਰਲ ਮਾਰਕਸ। ਕਿਉਂਕਿ ਕਾਰਲ ਮਾਰਕਸ ਪਹਿਲਾ ਵਿਦਵਾਨ ਸੀ ਜਿਸ ਨੇ ਪੂੰਜੀਵਾਦੀ ਵਿਵਸਥਾ ਦੀ ਵਿਗਿਆਨਕ ਢੰਗ ਦੇ ਨਾਲ ਵਿਆਖਿਆ ਕੀਤੀ ਸੀ ਅਤੇ ਸਮਾਜਵਾਦੀ ਜਿਹੜੀ ਵਿਵਸਥਾ ਸਥਾਪਿਤ ਕਰਨ ਦੇ ਲਈ ਬਹੁਤ ਹੀ ਵਿਸਥਾਰ ਦੇ ਨਾਲ ਜਿਹੜਾ ਆਪਣੇ ਵਿਚਾਰ ਪੇਸ਼ ਕੀਤੇ ਸਨ। ਇਸੇ ਕਰਕੇ ਕਾਰਲ ਮਾਰਕਸ ਨੂੰ ਵਿਗਿਆਨਕ ਸਮਾਜਵਾਦ ਦਾ ਪਿਤਾਮਾ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 5, ਮਾਰਕਸ ਅਨੁਸਾਰ ਰਾਜ ਪੂੰਜੀਪਤੀਆਂ ਦੁਆਰਾ ਬਣਾਈ ਇੱਕ ਡੈਸ਼ ਸੰਸਥਾ ਹੈ। ਬਣਾਉਟੀ ਸੰਸਥਾ। ਬਿਲਕੁਲ ਠੀਕ ਹੈ ਜੀ, ਬਣਾਉਟੀ ਸੰਸਥਾ। ਕਿਉਂਕਿ ਜਿਹੜਾ ਮਾਰਕਸ ਸੀ ਉਹ ਮੰਨਦਾ ਸੀ ਕਿ ਜਿਹੜਾ ਰਾਜ ਹੈ ਇਹ ਪੂੰਜੀਪਤੀਆਂ ਦੇ ਦੁਆਰਾ ਕਿਰਤੀ ਵਰਗ ਦਾ ਸ਼ੋਸ਼ਣ ਕਰਨ ਦਾ ਇੱਕ ਸਾਧਨ ਹੈ। ਪ੍ਰਸ਼ਨ ਨੰਬਰ 6, ਮਾਰਕਸ ਅਨੁਸਾਰ ਰਾਜ ਪੂੰਜੀਪਤੀਆਂ ਦੇ ਹੱਥਾਂ ਦੀ ਕਠਪੁਤਲੀ ਹੈ। ਠੀਕ, ਗਲਤ? ਬਿਲਕੁਲ ਠੀਕ। ਮਾਰਕਸ ਦਾ ਮੰਨਣਾ ਸੀ ਕਿ ਜਿਹੜਾ ਰਾਜ ਹੈ ਪੂੰਜੀਪਤੀਆਂ ਦੇ ਹੱਥਾਂ ਦੀ ਕਠਪੁਤਲੀ ਹੈ। ਉਹ ਆਪਣੇ ਇੱਛਾ ਦੇ ਅਨੁਸਾਰ ਇਹਦੇ ਨਿਯਮਾਂ ਸਿਧਾਂਤਾਂ ਦੇ ਵਿੱਚ ਤਬਦੀਲੀਆਂ ਜਾਂ ਪਰਿਵਰਤਨ ਕਰਦੇ ਹਨ ਅਤੇ ਗਰੀਬਾਂ, ਕਿਰਤੀਆਂ ਅਤੇ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਹਨ। ਪ੍ਰਸ਼ਨ ਨੰਬਰ 7, ਮਾਰਕਸ ਅਨੁਸਾਰ ਧਰਮ ਡੈਸ਼ ਦੀ ਤਰ੍ਹਾਂ ਹੈ। ਉੱਤਰ, ਅਫੀਮ। ਬਿਲਕੁਲ ਮਾਰਕਸ ਦਾ ਮੰਨਣਾ ਸੀ ਕਿ ਧਰਮ ਇੱਕ ਅਫੀਮ ਦੀ ਤਰ੍ਹਾਂ ਹੈ ਜਿਸ ਨਾਲ ਮਜ਼ਦੂਰਾਂ, ਕਿਰਤੀਆਂ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹਨਾਂ ਦੇ ਜਿਹੜੀ ਮਾੜੀ ਆਰਥਿਕ ਸਥਿਤੀ ਹੈ ਉਹ ਉਹਨਾਂ ਦੀ ਪਰਮਾਤਮਾ ਦੇ ਆਦੇਸ਼ ਅਨੁਸਾਰ ਜਾਂ ਮਾੜੇ ਕਰਮਾਂ ਦਾ ਫਲ ਹੈ। ਪ੍ਰਸ਼ਨ ਨੰਬਰ 8, ਮਾਰਕਸ ਨੇ ਦਵੰਦਵਾਦ ਦਾ ਸਿਧਾਂਤ ਕਿਸ ਵਿਦਵਾਨ ਕੋਲੋਂ ਲਿਆ? ਮਾਰਕਸ ਨੇ ਦਵੰਦਵਾਦ ਦਾ ਸਿਧਾਂਤ ਹੀਗਲ ਤੋਂ ਲਿਆ। ਮਾਰਕਸਵਾਦ ਕ੍ਰਾਂਤੀ ਲਈ ਹਿੰਸਾਤਮਕ ਸਾਧਨਾਂ ਦਾ ਸਮਰਥਨ ਕਰਦਾ ਹੈ। ਠੀਕ, ਗਲਤ? ਬਿਲਕੁਲ ਠੀਕ। ਮਾਰਕਸਵਾਦ ਨੇ ਪੂੰਜੀਪਤੀਆਂ ਨੂੰ ਖਤਮ ਕਰਨ ਦੇ ਲਈ ਜਿਹੜੀ ਕ੍ਰਾਂਤੀ ਦੀ ਗੱਲ ਕਹੀ ਸੀ ਉਹਦੇ 'ਚ ਸ਼ਕਤੀ ਦੀ ਵਰਤੋਂ ਕਰਨ ਲਈ ਕਿਹਾ ਸੀ ਕਿ ਹਿੰਸਕ ਸਾਧਨਾਂ ਦੁਆਰਾ ਪੂੰਜੀਪਤੀਆਂ ਦਾ ਮਜ਼ਦੂਰ ਵਰਗ ਨਾਸ਼ ਕਰ ਦੇਵੇਗਾ ਅਤੇ ਮਜ਼ਦੂਰ ਵਰਗ ਆਪਣੀ ਤਾਨਾਸ਼ਾਹੀ ਸਥਾਪਿਤ ਕਰ ਲਵੇਗਾ। ਪ੍ਰਸ਼ਨ ਨੰਬਰ 10, ਮਾਰਕਸਵਾਦ ਦੇ ਕੋਈ 2 ਸਮਰਥਕ ਦੱਸੋ। ਮਾਰਕਸ ਤੋਂ ਬਿਨਾਂ ਹੋਰ ਕਿਹੜੇ ਵਿਦਵਾਨ ਸੀ ਜਿਹੜੇ ਇਹਨਾਂ ਸਿਧਾਂਤਾਂ ਦੇ ਸਮਰਥਕ ਸਨ? ਤਾਂ ਤੁਹਾਨੂੰ ਲਗਭਗ 2 ਆਉਣਗੇ ਜਿਹੜੇ ਪੁੱਛੇ ਜਾਣਗੇ। 2 ਨੰਬਰ ਦੇ ਸਵਾਲ ਦੇ ਵਿੱਚ ਆਉਣ ਦੇ ਚਾਂਸ ਰਹਿੰਦੇ ਨੇ। ਤਾਂ ਲੈਨਿਨ, ਫਰੈਡਰਿਕ ਐਂਜਲਸ, ਸਟਾਲਿਨ, ਮਾਓ ਜ਼ੇ ਤੁੰਗ। ਤੁਸੀਂ ਕੋਈ ਵੀ 2 ਜਿਹੜੇ ਤੁਹਾਨੂੰ ਆਸਾਨ ਲੱਗਦੇ ਆ ਉਹਨਾਂ ਦੇ ਨਾਮ ਯਾਦ ਕਰ ਸਕਦੇ ਹੋ। ਪ੍ਰਸ਼ਨ ਨੰਬਰ 11, ਮਾਰਕਸ ਦੀਆਂ 2 ਪ੍ਰਸਿੱਧ ਕਿਤਾਬਾਂ ਦੇ ਨਾਮ ਦੱਸੋ। ਵੈਰੀ ਇੰਪੋਰਟੈਂਟ ਹੈ ਜੀ। ਦਾਸ ਕੈਪੀਟਲ, ਕਮਿਊਨਿਸਟ ਮੈਨੀਫੈਸਟੋ। ਬਹੁਤ ਵਾਰ ਇਹ ਪ੍ਰਸ਼ਨ ਆਇਆ ਫਾਈਨਲ ਐਗਜ਼ਾਮ ਦੇ ਵਿੱਚ ਔਰ ਆਉਣ ਦੇ ਜਿਹੜੇ ਹੈਗੇ ਇਹਦੇ ਚਾਂਸ ਰਹਿੰਦੇ ਆ। ਪ੍ਰਸ਼ਨ ਨੰਬਰ 12, ਮਾਰਕਸ ਅਨੁਸਾਰ ਸਮਾਜ ਕਿਹੜੇ 2 ਵਿਰੋਧੀ ਵਰਗਾਂ ਵਿੱਚ ਵੰਡਿਆ ਹੁੰਦਾ ਹੈ? ਮਾਰਕਸ ਦੇ ਅਨੁਸਾਰ ਸਮਾਜ 2 ਵਿਰੋਧੀ ਵਰਗਾਂ 'ਚ ਵੰਡਿਆ ਹੁੰਦਾ ਹੈ। ਇੱਕ ਨੂੰ ਉਹ ਪੂੰਜੀਪਤੀ ਕਹਿੰਦਾ ਤੇ ਦੂਜੇ ਨੂੰ ਪੂੰਜੀਹੀਨ। ਪੂੰਜੀਪਤੀ ਅਤੇ ਪੂੰਜੀਹੀਨ। ਪ੍ਰਸ਼ਨ ਨੰਬਰ 3, ਮਾਰਕਸ ਨੇ ਪੂੰਜੀਪਤੀ ਸ਼੍ਰੇਣੀ ਲਈ ਕਿਸ ਸ਼ਬਦ ਦੀ ਵਰਤੋਂ ਕੀਤੀ ਹੈ? ਬੁਰਜੂਆ। ਪੂੰਜੀਪਤੀ ਲਈ ਕਿਹੜੇ ਟਰਮ ਉਹਨੇ ਯੂਜ਼ ਕੀਤੀ ਹੈ? ਬੁਰਜੂਆਜ਼ ਸ਼੍ਰੇਣੀ। ਔਰ ਮਾਰਕਸ ਨੇ ਕਿਰਤੀ ਸ਼੍ਰੇਣੀ ਲਈ ਕਿਸ ਸ਼ਬਦ ਦੀ ਵਰਤੋਂ ਕੀਤੀ ਹੈ? ਪ੍ਰੋਲੀਤਰੇਤ। ਹਾਂਜੀ। ਪ੍ਰਸ਼ਨ ਨੰਬਰ 15, ਮਾਰਕਸਵਾਦ ਦਾ ਅੰਤਿਮ ਉਦੇਸ਼ ਕੀ ਹੈ? ਉੱਤਰ, ਇੱਕ ਰਾਜ ਰਹਿਤ ਅਤੇ ਵਰਗ ਰਹਿਤ ਸਮਾਜ ਦੀ ਸਥਾਪਨਾ। ਨਾ ਤਾਂ ਕੋਈ ਸ਼੍ਰੇਣੀ ਹੋਵੇਗੀ ਤੇ ਨਾ ਹੀ ਰਾਜ ਦੀ ਹੋਂਦ ਹੋਵੇਗੀ। ਪ੍ਰਸ਼ਨ ਨੰਬਰ 16, ਮਾਰਕਸਵਾਦ ਦੇ ਕੋਈ 2 ਸਿਧਾਂਤ ਲਿਖੋ। ਮਾਰਕਸਵਾਦ ਦੇ 6-7 ਸਿਧਾਂਤ ਹਨ
ਜਿਨ੍ਹਾਂ ਦੀ ਗੱਲ ਆਪਾਂ ਆਪਣੇ ਸਿਲੇਬਸ ਦੇ ਵਿੱਚ ਕਰਦੇ ਹਾਂ ਉਹਨਾਂ ਦੇ ਵਿੱਚੋਂ ਕੋਈ ਵੀ ਤੁਸੀਂ 2 ਸਿਧਾਂਤ ਜਿਹੜੇ ਉੱਤਰ ਦੇ ਵਿੱਚ ਦੇ ਸਕਦੇ ਹੋ, ਕਿਉਂਕਿ ਜੇਕਰ ਤੁਹਾਨੂੰ 2 ਨੰਬਰ ਦਾ ਜਿਹੜਾ ਸਵਾਲ ਆਊਗਾ ਕਿ 2 ਸਿਧਾਂਤ ਲਿਖੋ ਤਾਂ ਉਹ 'ਚ ਕੋਈ ਵੀ 2 ਸਿਧਾਂਤ ਲਿਖ ਦਿਓ ਤਾਂ ਉੱਤਰ ਵਾਧੂ ਮੁੱਲ ਦਾ ਸਿਧਾਂਤ, ਵਰਗ ਸੰਘਰਸ਼ ਦਾ ਸਿਧਾਂਤ, ਉਹਨਾਂ ਦੇ ਵਿੱਚੋਂ ਹੀ ਇਹ 2 ਸਿਧਾਂਤ ਹਨ। ਤੁਸੀਂ ਕੋਈ ਵੀ 2 ਸਿਧਾਂਤ ਵਿੱਚੋਂ ਲਿਖ ਸਕਦੇ ਹੋ। ਪ੍ਰਸ਼ਨ ਨੰਬਰ 17, ਮਾਰਕਸਵਾਦ ਤੋਂ ਕੀ ਭਾਵ ਹੈ। ਇਹ ਪ੍ਰਸ਼ਨ ਤੁਹਾਨੂੰ 4 ਨੰਬਰ ਜਾਂ 2 ਨੰਬਰ ਦੇ ਵਿੱਚ ਆ ਜਾਂਦਾ ਹੈ। ਜੇਕਰ 4 ਨੰਬਰ ਦੇ ਵਿੱਚ ਆ ਜਾਂਦਾ ਹੈ ਤਾਂ ਮੈਂ ਪੂਰਾ 4 ਨੰਬਰ ਦਾ ਜਿਹੜਾ ਉੱਤਰ ਤੁਹਾਡਾ ਲਿਖਿਆ ਹੋਇਆ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਲਿਖਣਾ ਹੈ, ਪਰ ਜੇ 2 ਨੰਬਰ ਦਾ ਆ ਜਾਂਦਾ ਹੈ ਤਾਂ ਤੁਸੀਂ ਇਸ ਨੂੰ ਸ਼ਾਰਟ ਕਰਕੇ ਲਿਖ ਸਕਦੇ ਹੋ। ਮਾਰਕਸਵਾਦ ਮੁੱਖ ਤੌਰ ਤੇ ਕਾਰਲ ਮਾਰਕਸ ਅਤੇ ਉਸਦੇ ਸਾਥੀ ਫਰੈਡਰਿਕ ਐਂਜਲਸ ਦੁਆਰਾ ਦਿੱਤੇ ਸਿਧਾਂਤਾਂ ਦਾ ਸਮੂਹਿਕ ਨਾਂ ਹੈ। ਕੀ ਹੈ ਜੀ ਮਾਰਕਸਵਾਦ? ਕਾਰਲ ਮਾਰਕਸ ਤੇ ਉਹਦਾ ਇੱਕ ਸਾਥੀ ਸੀ ਫਰੈਡਰਿਕ ਐਂਜਲਸ, ਦੋਨਾਂ ਦੇ ਜਿਹੜੇ ਸਿਧਾਂਤ ਹੈ ਉਹਨਾਂ ਦਾ ਸਮੂਹਿਕ ਨਾਂ ਹੈ। ਮਾਰਕਸ ਤੋਂ ਪਹਿਲਾਂ ਰਾਬਰਟ ਓਵਨ, ਸੇਂਟ ਸਾਈਮਨ, ਚਾਰਲਸ ਫੋਰੀਅਰ ਇਹ ਵਿਦਵਾਨ ਹੋਏ ਹੈ ਜਿਨ੍ਹਾਂ ਨੇ ਸਮਾਜਵਾਦੀ ਵਿਚਾਰ ਪੇਸ਼ ਕੀਤੇ ਹੈ, ਪਰ ਮਾਰਕਸ ਜਿਹੜਾ ਪਹਿਲਾ ਵਿਚਾਰਕ ਸੀ ਜਿਹਨੇ ਵਿਗਿਆਨਕ ਢੰਗ ਨਾਲ ਪੂੰਜੀਵਾਦੀ ਪ੍ਰਣਾਲੀ ਦਾ ਵਿਸ਼ਲੇਸ਼ਣ ਕੀਤਾ ਸੀ ਔਰ ਸਪਸ਼ਟ ਤੌਰ ਤੇ ਸਮਾਜਵਾਦੀ ਸਮਾਜ ਦੀ ਰੂਪਰੇਖਾ ਪੇਸ਼ ਕੀਤੀ। ਸਪਸ਼ਟ ਤੌਰ ਤੇ ਅਰਥਾਤ ਉਸ ਸਮਾਜ ਦੀ ਸਥਾਪਨਾ ਲਈ ਸਮਾਜਵਾਦੀ ਕ੍ਰਾਂਤੀ ਦੀ ਵਿਧੀ ਵੀ ਦੱਸੀ ਸੀ। ਇਸੇ ਕਾਰਨ ਮਾਰਕਸਵਾਦ ਨੂੰ ਵਿਗਿਆਨਕ ਸਮਾਜਵਾਦ ਕਿਹਾ ਜਾਂਦਾ ਹੈ ਅਤੇ ਮਾਰਕਸ ਨੂੰ ਵਿਗਿਆਨਕ ਸਮਾਜਵਾਦ ਦਾ ਪਿਤਾਮਾ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਮਾਰਕਸਵਾਦ ਨੂੰ ਕੀਰਤੀ ਸਮਾਜਵਾਦ ਅਤੇ ਮਾਰਕਸਵਾਦੀ ਸਮਾਜਵਾਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਧਾਰਨ ਸ਼ਬਦਾਂ ਦੇ ਵਿੱਚ ਜੇਕਰ ਗੱਲ ਕਰ ਲਈਏ ਤਾਂ ਮਾਰਕਸਵਾਦ ਕਾਰਲ ਮਾਰਕਸ ਤੇ ਉਹਦੇ ਸਾਥੀ ਫਰੈਡਰਿਕ ਐਂਜਲਸ ਦੇ ਹੀ ਮੁੱਖ ਸਿਧਾਂਤਾਂ ਦਾ ਨਾਂ ਹੈ। ਇਸੇ ਕਰਕੇ ਜਿਹੜੀ ਸਮਾਜਵਾਦੀ ਵਿਚਾਰਧਾਰਾ ਹੈ ਇਹਨੂੰ ਕਾਰਲ ਮਾਰਕਸ ਦੇ ਨਾਂ ਨਾਲ ਮਾਰਕਸਵਾਦ ਦੇ ਰੂਪ ਦੇ ਨਾਂ ਨਾਲ ਹੀ ਜਾਣਿਆ ਜਾਣ ਲੱਗਾ। ਮਾਰਕਸ ਤੋਂ ਪਹਿਲਾਂ ਵੀ ਜਿਹਨਾਂ ਵਿਦਵਾਨਾਂ ਦੀ ਆਪਾਂ ਗੱਲ ਕੀਤੀ ਹੈ ਰਾਬਰਟ ਓਵਨ, ਸੇਂਟ ਸਾਈਮਨ, ਚਾਰਲਸ ਫੋਰੀਅਰ ਇਹ ਵਿਦਵਾਨਾਂ ਨੇ ਸਮਾਜਵਾਦੀ ਵਿਚਾਰ ਦਿੱਤੇ ਸੀ, ਪਰ ਮਾਰਕਸ ਨੇ ਵਿਗਿਆਨਕ ਢੰਗ ਨਾਲ ਜਿਹੜਾ ਸੀ ਪੂੰਜੀਵਾਦੀ ਪ੍ਰਣਾਲੀ ਦਾ ਵਿਸ਼ਲੇਸ਼ਣ ਕੀਤਾ ਸੀ ਔਰ ਸਮਾਜਵਾਦੀ ਸਮਾਜ ਦੀ ਰੂਪਰੇਖਾ ਪੇਸ਼ ਕੀਤੀ ਸੀ, ਸਮਾਜਵਾਦੀ ਕ੍ਰਾਂਤੀ ਦੀ ਵਿਧੀ ਦੱਸੀ ਸੀ। ਇਸੇ ਕਰਕੇ ਜਿਹੜਾ ਇਹਨੂੰ ਮਾਰਕਸਵਾਦ ਨੂੰ ਵਿਗਿਆਨਕ ਸਮਾਜਵਾਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪ੍ਰਸ਼ਨ ਨੰਬਰ 18, ਮਾਰਕਸਵਾਦ ਦੇ ਦਵੰਦਾਤਮਕ ਭੌਤਿਕਵਾਦ ਬਾਰੇ ਦੱਸੋ। ਜਿਹੜੀ ਇਹ ਦਵੰਦਾਤਮਕ ਭੌਤਿਕਵਾਦ ਦੀ ਵਿਧੀ ਹੈ ਮਾਰਕਸ ਨੇ ਹੀਗਲ ਤੋਂ ਗ੍ਰਹਿਣ ਕੀਤੀ ਸੀ। ਕਿਹਤੋਂ ਗ੍ਰਹਿਣ ਕੀਤੀ ਸੀ? ਹੀਗਲ ਤੋਂ। ਹੀਗਲ ਇੱਕ ਵਿਦਵਾਨ ਹੋਇਆ ਜਿਹਨੇ ਦਵੰਦਾਤਮਕ ਵਿਧੀ ਦੱਸੀ ਸੀ। ਉਸੇ ਵਿਧੀ ਨੂੰ ਐਜ਼ ਇਟ ਸੀ ਲਗਭਗ ਕਾਰਲ ਮਾਰਕਸ ਨੇ ਅਪਣਾ ਲਿਆ ਸੀ, ਪਰ ਵਿੱਚ ਥੋੜ੍ਹਾ ਜਿਹਾ ਇੱਕ ਫਰਕ ਸੀ, ਉਹ ਆਪਾਂ ਇਸ ਪ੍ਰਸ਼ਨ ਦੇ ਅਖੀਰ ਦੇ ਵਿੱਚ ਤੁਹਾਡੇ ਨਾਲ ਮੈਂ ਡਿਸਕਸ ਕਰਾਂਗਾ। ਤਾਂ ਸਭ ਤੋਂ ਪਹਿਲਾਂ ਕਿਉਂਕਿ ਇਹ ਵਿਧੀ ਹੀਗਲ ਤੋਂ ਨੇ ਐਜ਼ ਇਟ ਇਜ਼ ਗ੍ਰਹਿਣ ਕੀਤੀ ਸੀ ਤਾਂ ਹੀਗਲ ਦੇ ਦਵੰਦਾਤਮਕ ਬਾਰੇ ਪੜ੍ਹਦੇ ਆ ਉਹਨੇ ਕਿਹਾ ਕੀ ਸੀਗਾ। ਹੀਗਲ ਨੇ ਸਮਾਜ ਦੇ ਵਿਕਾਸ ਕਰਨ ਦੀ ਵਿਆਖਿਆ ਕਰਦਾ ਕਿਹਾ ਕਿ ਸਮਾਜਿਕ ਵਿਕਾਸ ਇੱਕ ਸਿੱਧੀ ਰੇਖਾ ਵਿੱਚ ਨਹੀਂ ਹੁੰਦਾ, ਜਿਵੇਂ ਆਪਾਂ ਸਿੱਧੀ ਲਾਈਨ ਖਿੱਚ ਦਿੰਦੇ ਹਾਂ ਇਸ ਤਰ੍ਹਾਂ ਸਿੱਧੀ ਰੇਖਾ ਦੇ ਵਿੱਚ ਨਹੀਂ ਹੁੰਦਾਗਾ, ਸਗੋਂ ਇਸ ਦੇ ਵਿਕਾਸ ਦਾ ਰਸਤਾ ਵਿੰਗਾ ਟੇਢਾ ਹੈ। ਹੀਗਲ ਦਾ ਵਿਚਾਰ ਸੀ ਕਿ ਹਰ ਸਮਾਜ ਵਿੱਚ ਅਤੇ ਇਤਿਹਾਸ ਦੇ ਹਰ ਕਾਲ ਵਿੱਚ ਪਰਸਪਰ ਵਿਰੋਧੀ ਤੱਤ ਮੌਜੂਦ ਹੁੰਦੇ ਹਨ ਔਰ ਇਹਨਾਂ ਵਿਰੋਧੀ ਤੱਤਾਂ ਦਾ ਆਪਸ ਦੇ ਵਿੱਚ ਟਕਰਾਅ ਚੱਲਦਾ ਰਹਿੰਦਾ ਹੈ, ਕਿਉਂਕਿ ਵਿਰੋਧੀ ਹੈ ਇੱਕ ਦੂਜੇ ਦੇ ਵਿਰੁੱਧ ਹੈ ਤਾਂ ਮਤਲਬ ਇੱਕ ਦੂਜੇ ਨਾਲ ਟਕਰਾਅ ਚੱਲਦਾ ਰਹਿੰਦਾ ਹੈ। ਤਾਂ ਜਦੋਂ ਆਪਸੀ ਟਕਰਾਅ ਚੱਲਦਾ ਹੈ ਤਾਂ ਦੋਨਾਂ ਤੱਤਾਂ ਦਾ ਕੀ ਹਸ਼ਰ ਹੁੰਦਾ ਹੈ? ਇੱਕ ਦਾ ਨਾਸ਼ ਹੋ ਜਾਂਦਾ ਹੈ ਤੇ ਦੂਜਾ ਤੱਤ ਉੱਪਰ ਉੱਠਦਾ ਹੈ। ਇਹਨਾਂ ਤੱਤਾਂ ਵਿੱਚੋਂ ਇੱਕ ਤੱਤ ਨੂੰ ਪ੍ਰਮੁੱਖਤਾ ਪ੍ਰਾਪਤ ਹੁੰਦੀ ਹੈ, ਇਸ ਤੱਤ ਨੂੰ ਹੀਗਲ ਨੇ ਥੀਸਿਸ ਕਿਹਾ ਹੈ, ਭਾਵ ਪੰਜਾਬੀ ਦੇ ਵਿੱਚ ਵਾਦ, ਤੇ ਦੂਜਾ ਤੱਤ ਜਿਹੜਾ ਇਸ ਤੱਤ ਦੀ ਵਿਰੋਧਤਾ ਕਰਦਾ ਹੈ ਉਹਨੂੰ ਹੀਗਲ ਨੇ ਵਿਰੋਧੀਵਾਦ ਕਿਹਾ ਹੈ, ਭਾਵ ਐਂਟੀਥੀਸਿਸ। ਇਸ ਤਰ੍ਹਾਂ ਇਹਨਾਂ ਦੋਹਾਂ ਤੱਤਾਂ ਦੇ ਆਪਸੀ ਝਗੜੇ ਕਾਰਨ ਸੰਵਾਦ ਪੈਦਾ ਹੁੰਦਾ ਹੈ ਜਾਂ ਜਿਹਨੂੰ ਸਿੰਥੀਸਿਸ ਕਿਹਾ ਜਾਂਦਾ ਹੈ, ਉਤਪੰਨ ਹੁੰਦਾ ਹੈ, ਜਿਸ ਵਿੱਚ ਵਿਰੋਧੀਵਾਦ ਅਤੇ ਵਾਦ ਦੇ ਭਿੰਨ-ਭਿੰਨ ਤੱਤਾਂ ਦਾ ਮਿਸ਼ਰਣ ਹੁੰਦਾ ਹੈ। ਤਾਂ ਹੁਣ ਗੱਲ ਕੀ ਹੈ? ਹੀਗਲ ਨੇ ਕੀ ਕਿਹਾ ਸੀ? ਸਮਾਜ ਦੇ ਇਤਿਹਾਸ ਦੇ ਵਿੱਚ ਜਾਂ ਹਰ ਸਮਾਜ ਦੇ ਇਤਿਹਾਸ ਦੇ ਵਿੱਚ ਵਿਰੋਧੀ ਤੱਤ ਮੌਜੂਦ ਹੁੰਦੇ ਆ, ਇਹ ਆਪਸ ਦੇ ਵਿੱਚ ਟਕਰਾਉਂਦੇ ਰਹਿੰਦੇ ਆ। ਜਦੋਂ ਟਕਰਾਅ ਹੁੰਦਾ ਹੈ ਤਾਂ ਇੱਕ ਦਾ ਨਾਸ਼ ਹੋ ਜਾਂਦਾ, ਦੂਜਾ ਉੱਪਰ ਉੱਠ ਜਾਂਦਾ, ਇੱਕ ਨੂੰ ਪ੍ਰਮੁੱਖਤਾ ਮਿਲ ਜਾਂਦੀ ਹੈ। ਜਦੋਂ ਪ੍ਰਮੁੱਖਤਾ ਮਿਲ ਜਾਂਦੀ ਹੈ ਜਿਹੜੇ ਤੱਤ ਨੂੰ, ਉਹਨੂੰ ਕਿਹਾ ਹੀਗਲ ਨੇ ਥੀਸਿਸ ਵਾਦ, ਤੇ ਦੂਜਾ ਜਿਹੜਾ ਇਸ ਤੱਤ ਦੀ ਵਿਰੋਧਤਾ ਕਰਦਾ ਉਹਨੂੰ ਹੀਗਲ ਨੇ ਕਿਹਾ ਵਿਰੋਧੀਵਾਦ ਐਂਟੀਥੀਸਿਸ। ਇਸ ਤਰੀਕੇ ਦੇ ਨਾਲ ਵਾਦ, ਵਿਰੋਧੀਵਾਦ, ਸੰਵਾਦ ਔਰ ਇੰਗਲਿਸ਼ 'ਚ ਥੀਸਿਸ, ਐਂਟੀਥੀਸਿਸ, ਸਿੰਥੀਸਿਸ ਇਹ ਜਿਹੜਾ ਵਿਕਾਸ ਕਰਮ ਚੱਲਦਾ ਹੈ ਔਰ ਜਿਸ 'ਚ ਵਿਰੋਧੀਵਾਦ ਤੇ ਵਾਦ ਦੇ ਭਿੰਨ-ਭਿੰਨ ਤੱਤਾਂ ਦਾ ਮਿਸ਼ਰਣ ਹੁੰਦਾ ਹੈ ਸਿੰਥੀਸਿਸ ਦੇ ਵਿੱਚ। ਹੀਗਲ ਦੇ ਕਹਿਣ ਦਾ ਭਾਵ ਹੈ ਕਿ ਹਰੇਕ ਸਮਾਜ ਵਿੱਚ ਦੋ ਵਿਰੋਧੀ ਤੱਤਾਂ ਦਾ ਨਿਰੰਤਰ ਤਣਾਅ ਸਮਾਜਿਕ ਵਿਕਾਸ ਲਈ ਜ਼ਿੰਮੇਵਾਰ ਬਣਦਾ ਹੈ ਅਤੇ ਇਸ ਸਮਾਜਿਕ ਵਿਕਾਸ ਦੀ ਸੰਚਾਲਨ ਸ਼ਕਤੀ ਵਿਚਾਰ ਜਾਂ ਕੋਈ ਸਿਧਾਂਤ ਹੁੰਦਾ ਹੈ। ਇਸ ਗੱਲ ਨੂੰ ਬਿਲਕੁਲ ਯਾਦ ਕਰ ਲਓ। ਆਪਾਂ ਅਗਲੀ ਸਲਾਈਡ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ
ਇਹ ਕਿਉਂ ਮਹੱਤਵਪੂਰਨ ਹੈ, मैं ਤੁਹਾਨੂੰ ਕਿਉਂ ਯਾਦ ਕਰਨ ਲਈ ਕਹਿ ਰਿਹਾ। ਸਮਾਜਿਕ ਵਿਕਾਸ ਦੀ ਸੰਚਾਲਨ ਸ਼ਕਤੀ ਹੀਗਲ ਨੇ ਕਿਹਨੂੰ ਕਿਹਾ? ਵਿਚਾਰ ਜਾਂ ਸਿਧਾਂਤ ਨੂੰ। ਹੁਣ ਆਪਾਂ ਅਗਲੀ ਸਲਾਈਡ ਤੇ ਜਾਂਦੇ ਹਾਂ। ਅਗਲੀ ਸਲਾਈਡ ਦੇ ਵਿੱਚ ਹੈ ਜੀ ਮਾਰਕਸ ਦਾ ਦਵੰਦਾਤਮਕ। ਹੀਗਲ ਦੇ ਦਵੰਦ ਨੂੰ ਤਾਂ ਮਾਰਕਸ ਸਵੀਕਾਰ ਕਰਦਾ ਹੈ, ਪਰੰਤੂ ਉਸ ਦਾ ਵਿਚਾਰ ਹੈ ਕਿ ਸਮਾਜਿਕ ਵਿਕਾਸ ਦੀ ਸੰਚਾਲਨ ਸ਼ਕਤੀ ਵਿਚਾਰ ਨਹੀਂ ਹੈ। ਉਹਨੇ ਕਿਹਾ ਵਿਚਾਰ ਨਹੀਂ ਹੈ, ਸਗੋਂ ਪਦਾਰਥ ਹੈ। ਕੀ ਹੈ? ਪਦਾਰਥ ਹੈ। ਇਸ ਤਰ੍ਹਾਂ ਹੀਗਲ ਵਿਚਾਰਾਂ ਜਾਂ ਮਨੁੱਖੀ ਚੇਤਨਾ ਨੂੰ ਸਮਾਜਿਕ ਵਿਕਾਸ ਦਾ ਮੂਲ ਤੱਤ ਮੰਨਦਾ ਹੈ ਤੇ ਮਾਰਕਸ ਪਦਾਰਥ ਨੂੰ ਵਿਕਾਸ ਦਾ ਮੂਲ ਤੱਤ ਮੰਨਦਾ ਹੈ। ਹੁਣ ਮੈਂ ਤਾਂ ਪਿਛਲੀ ਸਲਾਈਡ 'ਚ ਤੁਹਾਨੂੰ ਕਿਹਾ ਸੀ ਕਿ ਉਸ ਲਾਈਨ ਨੂੰ ਯਾਦ ਰੱਖਿਓ ਜਾਂ ਅੰਡਰਲਾਈਨ ਕਰ ਲਓ, ਕਿਉਂਕਿ ਮਾਰਕਸ ਨੇ ਹੀਗਲ ਦੇ ਦਵੰਦਾਤਮਕ ਨੂੰ ਐਜ਼ ਇਟ ਇਜ਼ ਅਪਣਾਇਆ, ਵਾਦ ਵਿਰੋਧੀਵਾਦ ਸੰਵਾਦ ਨੂੰ। ਪਰ ਜਿਹੜੀ ਸਮਾਜਿਕ ਵਿਕਾਸ ਦੀ ਸੰਚਾਲਨ ਸ਼ਕਤੀ ਹੈ ਉਹ ਹੀਗਲ ਨੇ ਸਿਧਾਂਤ ਜਾਂ ਵਿਚਾਰ ਨੂੰ ਕਿਹਾ, ਪਰ ਮਾਰਕਸ ਨੇ ਕਿਹਾ ਨਹੀਂ, ਸਿਧਾਂਤ ਜਾਂ ਵਿਚਾਰ ਨਹੀਂ, ਪਦਾਰਥ ਜਿਹੜਾ ਉਹ ਸਮਾਜਿਕ ਵਿਕਾਸ ਦੀ ਸੰਚਾਲਨ ਸ਼ਕਤੀ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ ਜੀ ਮਾਰਕਸਵਾਦ ਦੀ ਇਤਿਹਾਸ ਦੀ ਭੌਤਿਕਵਾਦੀ ਵਿਆਖਿਆ ਬਾਰੇ ਦੱਸੋ। ਮਾਰਕਸ ਕਹਿੰਦਾ ਹੈ, ਮਾਰਕਸ ਦਾ ਵਿਚਾਰ ਹੈ ਮਨੁੱਖਤਾ ਦੇ ਇਤਿਹਾਸ ਦੇ ਵਿਕਾਸ ਦੇ ਪਿੱਛੇ ਕੋਈ ਅਧਿਆਤਮਕ ਸ਼ਕਤੀ ਨਹੀਂ ਹੁੰਦੀ। ਕੀ ਇਹ ਮਾਰਕਸ ਦਾ ਮੰਨਣਾ ਹੈ? ਕੀ ਹੁੰਦਾ ਹੈ? ਭੌਤਿਕ ਅਵਸਥਾਵਾਂ ਹੁੰਦੀਆਂ ਹਨ। ਕੀ ਹੁੰਦੀਆਂ? ਭੌਤਿਕ ਅਵਸਥਾਵਾਂ ਹੁੰਦੀਆਂ ਹਨ। ਔਰ ਮਾਰਕਸ ਦਾ ਵਿਚਾਰ ਹੈ ਕਿ ਹਰੇਕ ਸਮਾਜ ਦੇ ਵਿੱਚ ਜਿਹੜਾ ਆਰਥਿਕ ਢਾਂਚਾ ਹੈ ਉਸ ਸਮਾਜ ਦੀਆਂ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਉਹਨਾਂ ਦੇ ਆਦਰਸ਼ਾਂ ਅਤੇ ਉਸਦੇ ਕਾਨੂੰਨਾਂ ਨੂੰ ਜ਼ਰੂਰ ਹੀ ਪ੍ਰਭਾਵਿਤ ਕਰਦਾ ਹੈ। ਉਤਪਾਦਨ ਦੇ ਸਾਧਨਾਂ ਅਤੇ ਵੰਡ ਅਤੇ ਵਟਾਂਦਰੇ ਦੀ ਪ੍ਰਣਾਲੀ ਵਿੱਚ ਜਦੋਂ ਕੋਈ ਪਰਿਵਰਤਨ ਆਉਂਦਾ ਹੈ ਤਾਂ ਅਜਿਹਾ ਪ੍ਰਬੰਧ ਉਸ ਸਮਾਜ ਦੇ ਸਮੁੱਚੇ ਢਾਂਚੇ ਨੂੰ ਪ੍ਰਭਾਵਿਤ ਕਰਦਾ ਹੈ। ਕਾਰਨ ਮਾਰਕਸ ਦਾ ਇਹ ਵਿਚਾਰ ਹੈ ਕਿ ਆਰਥਿਕ ਤੱਤ ਇਤਿਹਾਸ ਦਾ ਨਿਰਮਾਣ ਕਰਦੇ ਹਨ ਔਰ ਆਰਥਿਕ ਤੱਤ ਇਤਿਹਾਸ ਨੂੰ ਸਮਾਜ ਨੂੰ ਦਿਸ਼ਾ ਪ੍ਰਦਾਨ ਕਰਦੇ ਹਨ। ਹੁਣ ਸਾਰਾ ਫੋਕਸ ਮਾਰਕਸਵਾਦ ਦਾ ਭੌਤਿਕਵਾਦ ਤੇ ਜਾਂ ਪਦਾਰਥਾਂ ਤੇ ਹੈ ਜਾਂ ਆਰਥਿਕ ਢਾਂਚੇ ਤੇ ਹੈ ਕਿ ਜਿਹੜਾ ਬਾਕੀ ਢਾਂਚੇ ਹੈ, ਬਾਕੀ ਸੰਸਥਾਵਾਂ ਨੇ ਜਿਵੇਂ ਸਮਾਜਿਕ, ਧਾਰਮਿਕ, ਰਾਜਨੀਤਿਕ, ਉਹਨਾਂ ਨੂੰ ਪ੍ਰਭਾਵਿਤ ਮੁੱਖ ਰੂਪ 'ਚ ਕਿਹੜਾ ਢਾਂਚਾ ਕਰਦਾ ਹੈ? ਆਰਥਿਕ ਢਾਂਚਾ। ਤੇ ਜਦੋਂ ਜਿਹੜਾ ਆਰਥਿਕ ਤੱਤ ਹੈ ਜਾਂ ਆਰਥਿਕ ਢਾਂਚਾ ਇਹੀ ਇਤਿਹਾਸ ਦਾ ਨਿਰਮਾਣ ਕਰਦਾ ਹੈ, ਇਹੀ ਇਤਿਹਾਸ ਤੇ ਸਮਾਜ ਨੂੰ ਦਿਸ਼ਾ ਪ੍ਰਦਾਨ ਕਰਦਾ ਹੈ। ਅਗਲਾ ਜੀ ਮਾਰਕਸਵਾਦ ਦੇ ਵਾਧੂ ਮੁੱਲ ਦੇ ਸਿਧਾਂਤ ਬਾਰੇ ਦੱਸੋ। ਮਾਰਕਸ ਦਾ ਜਿਹੜਾ ਵਾਧੂ ਮੁੱਲ ਦਾ ਸਿਧਾਂਤ ਹੈ ਇਹ ਮਾਰਕਸ ਦੇ ਵਿਚਾਰਾਂ ਦਾ ਕੇਂਦਰ ਹੈ। ਇਹਨੂੰ ਕੇਂਦਰ ਕਿਉਂ ਮੰਨਿਆ ਜਾਂਦਾ ਹੈ? ਕਿਉਂਕਿ ਇਹਦੇ ਆਧਾਰ ਤੇ ਮਾਰਕਸ ਨੇ ਸਿੱਧ ਕਰਨ ਦਾ ਯਤਨ ਕੀਤਾ ਸੀ ਕਿ ਜਿਹੜਾ ਪੂੰਜੀਵਾਦੀ ਸਮਾਜ ਹੈ ਉਹ ਪੂੰਜੀਪਤੀ ਜਿਹੜਾ ਕਿਰਤੀਆਂ ਦੀ ਸ਼ੋਸ਼ਣ ਕਰਦੇ ਆ। ਪੂੰਜੀਵਾਦੀ ਸਮਾਜ ਜਿਹੜੇ ਪੂੰਜੀਪਤੀ ਹੈ ਵਾਧੂ ਮੁੱਲ ਦੇ ਸਿਧਾਂਤ ਰਾਹੀਂ ਉਹਨੇ ਕਿਰਤੀਆਂ ਦਾ ਸ਼ੋਸ਼ਣ ਕਰਨ ਬਾਰੇ ਜਿਹੜਾ ਵਿਆਖਿਆ ਕੀਤੀ ਸੀ। ਕੀ ਕਿਹਾ ਸੀਗਾ ਮਾਰਕਸ ਨੇ ਵਾਧੂ ਮੁੱਲ ਦੇ ਸਿਧਾਂਤ ਬਾਰੇ? ਮਾਰਕਸ ਦਾ ਮੰਨਣਾ ਸੀ ਕਿ ਕਿਸੇ ਵਸਤੂ ਦਾ ਜਿਹੜਾ ਮੁੱਲ ਹੈ ਉਸ ਉੱਤੇ ਖਰਚ ਕੀਤੀ ਗਈ ਕਿਰਤ ਅਨੁਸਾਰ ਨਿਸ਼ਚਿਤ ਹੁੰਦਾ ਹੈ, ਪਰ ਜਿਨ੍ਹਾਂ ਵਸਤੂਆਂ ਦਾ ਉਤਪਾਦਨ ਕਿਰਤੀਆਂ ਦੀ ਮਿਹਨਤ ਨਾਲ ਕੀਤਾ ਜਾਂਦਾ ਹੈ ਉਹਨਾਂ ਵਸਤਾਂ ਸੰਬੰਧੀ ਕਿਰਤੀਆਂ ਨੂੰ ਉਹਨਾਂ ਦੀ ਮਿਹਨਤ ਦਾ ਪੂਰਾ ਵੇਤਨ ਨਹੀਂ ਦਿੱਤਾ ਜਾਂਦਾ, ਬਲਕਿ ਉਦਯੋਗਪਤੀ ਦੁਆਰਾ ਉਹ ਧਨ ਆਪਣੇ ਕੋਲ ਰੱਖਿਆ ਜਾਂਦਾ ਹੈ। ਇਸੇ ਨੂੰ ਹੀ ਕਾਰਲ ਮਾਰਕਸ ਨੇ ਵਾਧੂ ਮੁੱਲ ਕਿਹਾ ਹੈ। ਜਦੋਂ ਤੁਸੀਂ ਬਾਜ਼ਾਰ 'ਚੋਂ ਕੋਈ ਵਸਤੂ ਖਰੀਦਦੇ ਹੋ ਤਾਂ ਉਹਦਾ ਮੁੱਲ ਪੁੱਛਦੇ ਹੋ, ਹਰ ਚੀਜ਼ ਦਾ ਇੱਕ ਨਿਸ਼ਚਿਤ ਮੁੱਲ ਹੁੰਦਾ ਹੈ, ਤਾਂ ਮਾਰਕਸ ਕੀ ਕਹਿੰਦਾ ਔਰ ਤੁਸੀਂ ਮੁੱਲ ਨੂੰ ਤਾਰਨ ਤੋਂ ਬਾਅਦ ਉਹ ਚੀਜ਼ ਵਸਤੂ ਖਰੀਦ ਲੈਂਦੇ ਹੋ। ਪਰ ਹੁਣ ਮਾਰਕਸ ਕੀ ਕਹਿੰਦਾ ਹੈ ਕਿ ਜਿਹੜੀ ਵਸਤੂ ਹੈ ਉਹਦਾ ਮੁੱਲ ਹੈ ਜਿਹੜਾ ਤੁਸੀਂ ਜਾਣਦੇ ਹੋ ਤਾਂ ਮੁੱਲ ਨਿਸ਼ਚਿਤ ਹੁੰਦਾ ਨਾ ਕਿ ਇੰਨੇ ਦੀ ਹੈ, ਤਾਂ ਮਾਰਕਸ ਕਹਿੰਦਾ ਜਿਹੜਾ ਵਸਤੂ ਦਾ ਮੁੱਲ ਹੈ ਉਹ ਨਿਸ਼ਚਿਤ ਹੋਣ ਦਾ ਆਧਾਰ ਕੀ ਹੈ? ਉਹ ਕਹਿੰਦਾ ਨਿਸ਼ਚਿਤ ਕਿਸੇ ਵਸਤੂ ਦਾ ਮੁੱਲ ਨਿਸ਼ਚਿਤ ਕਰਨ ਦਾ ਆਧਾਰ ਹੈ ਉਸ 'ਤੇ ਕਿਰਤ ਕਿੰਨੀ ਲੱਗੀ ਹੈ। ਅਤੇ ਜਦੋਂ ਵਸਤੂ ਦਾ ਜਿਹੜਾ ਮੁੱਲ ਹੈ ਉਹ ਨਿਸ਼ਚਿਤ ਹੀ ਇਸ ਆਧਾਰ 'ਤੇ ਕੀਤਾ ਗਿਆ ਹੈ ਕਿ ਉਸ 'ਤੇ ਕਿਰਤ ਕਿੰਨੀ ਲੱਗੀ ਹੈ, ਤਾਂ ਫਿਰ ਜਿੰਨਾ ਵੀ ਮੁਨਾਫਾ ਹੈ ਉਸ ਵਸਤੂ ਦਾ ਉਹ ਉਸ ਕਿਰਤੀ ਨੂੰ ਜਾਂ ਮਜ਼ਦੂਰ ਨੂੰ ਦੇ ਦੇਣਾ ਚਾਹੀਦਾ ਹੈ। ਪਰ ਮਾਰਕਸ ਅੱਗੇ ਕਹਿੰਦਾ ਕਿ ਅਜਿਹਾ ਨਹੀਂ ਹੁੰਦਾਗਾ। ਉਦਯੋਗਪਤੀ ਕਿਰਤੀ ਜਾਂ ਮਜ਼ਦੂਰ ਨੂੰ ਉਹਦਾ ਸਾਰਾ ਮੁਨਾਫਾ ਨਹੀਂ ਬਲਕਿ ਥੋੜ੍ਹਾ ਜਿਹਾ ਪੈਸਾ ਦੇ ਕੇ ਬਾਕੀ ਸਾਰਾ ਪੈਸਾ ਆਪਣੇ ਕੋਲ ਰੱਖ ਲੈਂਦਾ। ਇਸੇ ਨੂੰ ਹੀ ਮਾਰਕਸ ਨੇ ਵਾਧੂ ਮੁੱਲ ਕਿਹਾ ਹੈ, ਇਸੇ ਨੂੰ ਵਾਧੂ ਮੁੱਲ ਦਾ ਸਿਧਾਂਤ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਆ ਗਿਆ ਜੀ ਮਾਰਕਸਵਾਦ ਦੁਆਰਾ ਕਿਰਤੀਆਂ ਦੀ ਕ੍ਰਾਂਤੀ ਤੋਂ ਕੀ ਭਾਵ ਹੈ। ਮਾਰਕਸ ਨੇ ਵਾਧੂ ਮੁੱਲ ਦੇ ਸਿਧਾਂਤ ਬਾਰੇ ਦੱਸਿਆ ਜਿਹਦੇ 'ਚ ਪੂੰਜੀਪਤੀ ਕਿਰਤੀਆਂ ਦਾ ਸ਼ੋਸ਼ਣ ਕਿਵੇਂ ਕਰਦੇ ਹੈ। ਇਤਿਹਾਸ ਦੀ ਜਿਹੜੀ ਭਵਿੱਖਬਾਣੀ, ਇਤਿਹਾਸ ਦੀ ਜਿਹੜੀ ਵਿਆਖਿਆ ਕੀਤੀ ਸੀ, ਸ਼੍ਰੇਣੀ ਯੁੱਧ ਦਾ ਸਿਧਾਂਤ ਦਿੱਤਾ ਸੀਗਾ ਕਿ ਜਿਹੜਾ ਦੋ ਵਰਗ ਹੈ ਆਪਸ ਦੇ ਵਿੱਚ, ਦੋ ਸ਼੍ਰੇਣੀਆਂ ਜਿਹੜੀਆਂ ਆਪਸ ਦੇ ਵਿੱਚ ਇੱਕ ਦੂਜੇ ਦੇ ਵਿਰੋਧੀ ਹਿੱਤਾਂ ਹੋਣ ਕਾਰਨ ਟਕਰਾਉਂਦੀਆਂ ਰਹਿੰਦੀਆਂ, ਤਾਂ ਉਹਨਾਂ ਦੇ ਵਿੱਚ ਹੱਲ ਕੀ ਦੱਸਿਆ ਫਿਰ ਮਾਰਕਸ ਨੇ ਹੱਲ ਦੱਸਿਆ ਕਿ ਜਿਹੜਾ ਪੂੰਜੀਵਾਦੀਆਂ ਦੁਆਰਾ ਪੂੰਜੀਹੀਣਾਂ ਦਾ ਕਿਰਤੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਉਹਦਾ ਹੱਲ ਕੀ ਹੈ? ਉਹਦਾ ਹੱਲ ਹੈ ਕਿਰਤੀਆਂ ਦੀ ਕ੍ਰਾਂਤੀ। ਸੰਗਠਿਤ ਮਜ਼ਦੂਰ ਸ਼੍ਰੇਣੀ
ਪੂੰਜੀਪਤੀਆਂ ਦਾ ਨਾਸ਼ ਕਰਕੇ ਉਤਪਾਦਨ ਦੇ ਸਾਧਨਾਂ ਤੇ ਆਪਣਾ ਨਿਯੰਤਰਣ ਸਥਾਪਿਤ ਕਰ ਲਵੇਗੀ। ਇਸ ਤਰ੍ਹਾਂ ਮਜ਼ਦੂਰ ਆਪਣੀ ਤਾਨਾਸ਼ਾਹੀ ਸਥਾਪਿਤ ਕਰ ਲੈਣਗੇ। ਕਿਰਤੀਆਂ ਦੀ ਕ੍ਰਾਂਤੀ ਦੇ ਸਾਧਨਾਂ ਸੰਬੰਧੀ ਕਾਰਲ ਮਾਰਕਸ ਨੇ ਸਪਸ਼ਟ ਕਿਹਾ ਸੀ ਕਿ ਕ੍ਰਾਂਤੀ ਵਿੱਚ ਮਜ਼ਦੂਰ ਸ਼੍ਰੇਣੀ ਨੂੰ ਤਾਕਤ ਦੀ ਵਰਤੋਂ ਕਰਨੀ ਪਵੇਗੀ। ਮਾਰਕਸ ਨੇ ਸਭ ਮਜ਼ਦੂਰਾਂ ਨੂੰ ਇੱਕ ਹੋ ਜਾਣ ਲਈ ਜ਼ੋਰਦਾਰ ਅਪੀਲ ਕੀਤੀ ਸੀ ਤਾਂ ਜੋ ਆਪਣੀ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਮਨੁੱਖੀ ਨਿਆਂ ਪ੍ਰਾਪਤ ਕਰ ਸਕਣ। ਉਹਨੇ ਕਿਹਾ ਸੀ ਕਿ ਜਿਹੜਾ ਪੂੰਜੀਪਤੀਆਂ ਦੁਆਰਾ ਮਜ਼ਦੂਰਾਂ ਦਾ ਸ਼ੋਸ਼ਣ ਹੁੰਦਾ ਹੈ ਉਹਦਾ ਹੱਲ ਹੈ ਕਿਰਤੀਆਂ ਦੀ ਕ੍ਰਾਂਤੀ, ਪੂੰਜੀਪਤੀਆਂ ਦਾ ਨਾਸ਼ ਕਿਵੇਂ ਕਰਨਾ ਉਹਦੀ ਵਿਧੀ ਵੀ ਉਹਨੇ ਦੱਸੀ ਸੀ। ਕ੍ਰਾਂਤੀ ਦੁਆਰਾ, ਕ੍ਰਾਂਤੀ ਕਿਹੜੀ? ਹਿੰਸਕ ਕ੍ਰਾਂਤੀ ਜਿਹੜੀ ਸ਼ਕਤੀ ਦੀ ਵਰਤੋਂ ਦਾ ਪ੍ਰਯੋਗ ਕੀਤਾ ਜਾਵੇ, ਤਾਕਤ ਦੀ ਵਰਤੋਂ ਦਾ ਪ੍ਰਯੋਗ ਕੀਤਾ ਜਾਵੇ, ਮਤਲਬ ਹਿੰਸਕ ਸਾਧਨਾਂ ਦੁਆਰਾ ਪੂੰਜੀਪਤੀਆਂ ਨੂੰ ਨਾਸ਼ ਕਰਕੇ ਉਹਨਾਂ ਦੇ ਉਤਪਾਦਨ ਦੇ ਸਾਧਨਾਂ ਤੇ ਆਪਣਾ ਨਿਯੰਤਰਣ ਸਥਾਪਿਤ ਕਰ ਲੈਣਾ ਹੈ ਅਤੇ ਮਜ਼ਦੂਰਾਂ ਦੀ ਤਾਨਾਸ਼ਾਹੀ ਸਥਾਪਿਤ ਕਰ ਲੈਣੀ ਹੈ। ਇਸ ਤਰੀਕੇ ਨਾਲ ਪੂੰਜੀਪਤੀਆਂ ਤੋਂ ਕਿਰਤੀ ਵਰਗ ਦੇ ਸ਼ੋਸ਼ਣ ਤੋਂ ਮੁਕਤੀ ਮਿਲ ਸਕਦੀ ਹੈ। ਅਗਲਾ ਆ ਗਿਆ ਜੀ ਸ਼੍ਰੇਣੀਹੀਣ ਸਮਾਜ ਦੀ ਸਥਾਪਨਾ। ਹੁਣ ਆਪਾਂ ਮਾਰਕਸ ਦੀ ਕਿਰਤੀਆਂ ਦੀ ਕ੍ਰਾਂਤੀ ਬਾਰੇ ਪੜ੍ਹਿਆ। ਮਾਰਕਸ ਨੇ ਜਿਹੜੀ ਕਿਰਤੀਆਂ ਦੀ ਕ੍ਰਾਂਤੀ ਦੀ ਗੱਲ ਕਹੀ ਸੀ ਉਹ ਸਿਰਫ ਥੋੜ੍ਹੇ ਸਮੇਂ ਲਈ ਜਿਹੜੀ ਤਾਨਾਸ਼ਾਹੀ ਸਥਾਪਿਤ ਕਰਨ ਦੀ ਗੱਲ ਕੀਤੀ ਸੀਗੀ। ਜਿਹੜੀ ਮਜ਼ਦੂਰ ਹੈ ਉਹ ਕ੍ਰਾਂਤੀ ਦੁਆਰਾ ਤਾਨਾਸ਼ਾਹੀ ਸਥਾਪਿਤ ਕਰ ਲੈਣਗੇ, ਪਰ ਉਹ ਪਰਮਾਨੈਂਟ ਪੱਕੇ ਤੌਰ 'ਤੇ ਮਜ਼ਦੂਰਾਂ ਦੀ ਤਾਨਾਸ਼ਾਹੀ ਦੀ ਗੱਲ ਨਹੀਂ ਕਰਦਾ। ਉਹ ਸਿਰਫ ਇੱਕ ਸਟੈਪ ਹੈ ਸ਼੍ਰੇਣੀਹੀਣ ਸਮਾਜ ਦੀ ਸਥਾਪਨਾ ਦਾ, ਕਿ ਪਹਿਲਾਂ ਤਾਨਾਸ਼ਾਹੀ ਸਥਾਪਿਤ ਹੋ ਜਾਊਗੀ, ਮਜ਼ਦੂਰਾਂ ਦੀ ਤਾਨਾਸ਼ਾਹੀ ਹਰ ਪ੍ਰਕਾਰ ਦੇ ਸ਼੍ਰੇਣੀ ਭੇਦ ਨੂੰ ਕੀ ਕਰ ਦੇਊਗੀ? ਨਸ਼ਟ ਕਰ ਦੇਊਗੀ। ਸਮਾਜ ਦੇ ਵਿੱਚ ਕੇਵਲ ਕਿਰਤੀਆਂ ਤੇ ਕਾਮਿਆਂ ਤੇ ਮਜ਼ਦੂਰਾਂ ਦੀ ਇੱਕ ਹੀ ਸ਼੍ਰੇਣੀ ਹੋਊਗੀ। ਕੀ ਹੋਊਗਾ? ਇੱਕ ਹੀ ਸ਼੍ਰੇਣੀ, ਮਤਲਬ ਸ਼੍ਰੇਣੀ ਭੇਦ ਮਜ਼ਦੂਰਾਂ ਦੀ ਤਾਨਾਸ਼ਾਹੀ ਨਾਲ ਖਤਮ ਹੀ ਹੋ ਜਾਊਗਾ, ਕਿਉਂਕਿ ਜਦੋਂ ਮਜ਼ਦੂਰ ਤਾਨਾਸ਼ਾਹੀ ਕਾਇਮ ਕਰਨਗੇ ਤਾਂ ਪੂੰਜੀਪਤੀਆਂ ਨੂੰ ਬਿਲਕੁਲ ਖਤਮ ਕਰ ਦੇਣਗੇ ਔਰ ਸਿਰਫ ਇੱਕ ਹੀ ਸ਼੍ਰੇਣੀ ਰਹਿ ਜਾਊਗੀ, ਕਿਰਤੀ ਕਾਮੇ ਮਜ਼ਦੂਰ, ਔਰ ਉਹਨਾਂ ਦੇ ਹਿੱਤਾਂ 'ਚ ਕੋਈ ਆਪਸੀ ਵਿਰੋਧ ਨਹੀਂ ਹੋਊਗਾ। ਅਜਿਹੇ ਸਮਾਜ 'ਚ ਹਰ ਵਿਅਕਤੀ ਨੂੰ ਕੰਮ ਕਰਨਾ ਪਏਗਾ, ਜੋ ਕੰਮ ਨਹੀਂ ਕਰੇਗਾ ਉਹ ਖਾਏਗਾ ਵੀ ਨਹੀਂ। ਇਸ ਤਰ੍ਹਾਂ ਸ਼੍ਰੇਣੀਹੀਣ ਸਮਾਜ ਹੀ ਸਮਾਜਵਾਦੀ ਸਮਾਜ ਹੋਵੇਗਾ। ਅਗਲਾ ਪ੍ਰਸ਼ਨ ਹੈ ਜੀ, ਮਾਰਕਸਵਾਦ ਦੇ ਰਾਜ ਬਾਰੇ ਵਿਚਾਰ ਦੱਸੋ। ਕਾਰਲ ਮਾਰਕਸ ਨੇ ਰਾਜਹੀਣ ਤੇ ਸ਼੍ਰੇਣੀਹੀਣ ਸਮਾਜ ਦੀ ਸਥਾਪਨਾ ਦੀ ਗੱਲ ਕੀਤੀ ਸੀ, ਔਰ ਮਾਰਕਸ ਦਾ ਤਾਂ ਮੰਨਣਾ ਹੀ ਇਹ ਸੀ ਕਿ ਜਿਹੜਾ ਰਾਜ ਹੈ ਉਹ ਹੋਂਦ ਵਿੱਚ ਹੀ ਇਸ ਲਈ ਆਇਆ ਕਿ ਉਹ ਪੂੰਜੀਪਤੀਆਂ ਦੁਆਰਾ ਗਰੀਬਾਂ ਦੇ, ਕਿਰਤੀਆਂ ਦੇ ਸ਼ੋਸ਼ਣ ਦਾ ਸਾਧਨ ਹੈ। ਜਿਹੜੇ ਪੂੰਜੀਪਤੀ ਵਰਗ ਹੈ ਉਹ ਕਿਰਤੀ ਵਰਗ ਦੇ ਸ਼ੋਸ਼ਣ ਲਈ ਰਾਜ ਨਾਂ ਦੇ ਸੰਸਥਾ ਨੂੰ ਹਥਿਆਰ ਵਜੋਂ ਅਪਣਾ ਰਹੇ ਆ। ਇਸ ਲਈ ਮਾਰਕਸਵਾਦ ਮਜ਼ਦੂਰਾਂ ਦੀ ਤਾਨਾਸ਼ਾਹੀ ਨੂੰ ਇੱਕ ਅਸਥਾਈ ਅਵਸਥਾ ਮੰਨਦਾ ਹੈ। ਜਦੋਂ ਮਜ਼ਦੂਰਾਂ ਦੀ ਤਾਨਾਸ਼ਾਹੀ ਆਪਣੇ ਵਿਰੋਧੀ ਤੱਤ ਨੂੰ ਪੂਰਨ ਰੂਪ 'ਚ ਨਸ਼ਟ ਕਰ ਦੇਵੇਗੀ ਤਾਂ ਰਾਜ ਦੀ ਸੰਸਥਾ ਦੀ ਕੋਈ ਲੋੜ ਹੀ ਨਹੀਂ ਰਹੇਗੀ ਅਤੇ ਰਾਜ ਆਪਣੇ ਆਪ ਅਲੋਪ ਜਾਂ ਲੋਪ ਹੋ ਜਾਵੇਗਾ। ਮਾਰਕਸ ਦੇ ਧਰਮ ਬਾਰੇ ਕੀ ਵਿਚਾਰ ਹੈ? ਮਾਰਕਸ ਨੇ ਧਰਮ ਨੂੰ ਲੋਕਾਂ ਲਈ ਅਫੀਮ ਦੱਸਿਆ ਹੈ, ਕਿਉਂਕਿ ਮਾਰਕਸ ਦਾ ਮੰਨਣਾ ਸੀ ਕਿ ਪੂੰਜੀਪਤੀ ਧਰਮ ਨੂੰ ਵੀ ਆਪਣੇ ਹਿੱਤਾਂ ਲਈ ਵਰਤਦੇ ਹਨ ਅਤੇ ਸਧਾਰਨ ਲੋਕਾਂ ਨੂੰ ਇਹ ਵਿਸ਼ਵਾਸ ਕਰਾਉਣ ਦਾ ਯਤਨ ਕਰਦੇ ਹਨ ਕਿ ਉਹਨਾਂ ਦੀ ਜਿਹੜੀ ਮੌਜੂਦਾ ਮਾੜੀ ਅਵਸਥਾ ਹੈ ਉਹ ਉਸ ਪਰਮਾਤਮਾ ਦੇ ਆਦੇਸ਼ ਦੇ ਅਨੁਸਾਰ ਹੈ। ਅੱਗੇ ਆ ਗਈ ਜੀ ਮਾਰਕਸਵਾਦ ਦੀ ਆਲੋਚਨਾ। ਆਪਾਂ ਪਿੱਛੇ ਜਿਹੜੇ ਪ੍ਰਸ਼ਨ ਪੜ੍ਹੇ ਉਹਨਾਂ 'ਚ ਮਾਰਕਸਵਾਦ ਦੇ ਸਿਧਾਂਤਾਂ ਦੀ ਗੱਲ ਕੀਤੀ ਗਈ ਸੀ। ਮਾਰਕਸਵਾਦ ਦੀ ਆਲੋਚਨਾ, ਇਸ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਇਹ ਦੇ ਦੇਵਾਂ ਕਿ ਜਿਹੜੇ ਮਾਰਕਸਵਾਦ ਦੇ ਸਿਧਾਂਤ ਹੈ, ਕੋਈ ਵੀ ਸਿਧਾਂਤ ਜਿਹੜਾ ਮਾਰਕਸਵਾਦ ਦਾ ਉਹ 4 ਨੰਬਰ 'ਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ 6 ਨੰਬਰ ਦਾ ਕੁਐਸਚਨ ਆ ਜਾਂਦਾ ਹੈ, ਤੁਸੀਂ ਮਾਰਕਸਵਾਦ ਦੇ ਕੋਈ ਵੀ 6 ਸਿਧਾਂਤ ਆ ਜਿਹੜੇ ਉਹ ਲਿਖ ਦੇਣੇ ਆ, 6 ਜਾਂ 6 ਤੋਂ ਜ਼ਿਆਦਾ। ਇਸ ਤੋਂ ਇਲਾਵਾ ਮਾਰਕਸਵਾਦ ਦੀ ਆਲੋਚਨਾ ਕਰਾਂਗੇ ਆਪਾਂ, ਇਹਦੇ ਵਿੱਚ 8 ਪੁਆਇੰਟ ਨੇ। ਜੇਕਰ ਤੁਹਾਨੂੰ ਵੱਡਾ ਕੁਐਸਚਨ ਵੀ ਆ ਜਾਂਦਾ ਹੈ ਤਾਂ ਤੁਸੀਂ 6 ਪੁਆਇੰਟ ਕੋਈ ਵੀ ਵਿੱਚੋਂ ਲਿਖ ਸਕਦੇ ਹੋ। ਵਿਅਕਤੀ ਦੀ ਸੁਤੰਤਰਤਾ ਨੂੰ ਕੋਈ ਮਹੱਤਵ ਨਹੀਂ। ਮਾਰਕਸਵਾਦ ਨੇ ਸਿਰਫ ਆਰਥਿਕ ਤੱਤ ਦੇ ਭਾਰੂ ਹੋਣ ਦੀ ਗੱਲ ਕਹੀ ਹੈ ਕਿ ਆਰਥਿਕ ਢਾਂਚਾ ਜਾਂ ਆਰਥਿਕ ਤੱਤ ਮਨੁੱਖੀ ਸਮਾਜ ਦੇ ਵਿਕਾਸ ਲਈ ਜ਼ਿੰਮੇਵਾਰ ਹੈ ਔਰ ਆਰਥਿਕ ਢਾਂਚਾ ਹੀ ਬਾਕੀ ਢਾਂਚਿਆਂ ਨੂੰ ਪ੍ਰਭਾਵਿਤ ਕਰਦਾ ਹੈ, ਪਰ ਵਿਅਕਤੀ ਦੀ ਸੁਤੰਤਰਤਾ ਨੂੰ ਕੋਈ ਵੀ ਮਹੱਤਵ ਨਹੀਂ ਦਿੱਤਾ। ਔਰ ਵਿਅਕਤੀ ਦੇ ਸਰਵਪੱਖੀ ਵਿਕਾਸ ਦੇ ਲਈ ਵਿਅਕਤੀ ਦੀ ਸੁਤੰਤਰਤਾ ਹੋਣੀ ਬਹੁਤ ਹੀ ਜ਼ਰੂਰੀ ਹੈ, ਪਰ ਮਾਰਕਸ ਦੇ ਸਿਧਾਂਤਾਂ ਦੇ ਵਿੱਚ ਇਸ ਦਾ ਕਿਤੇ ਵੀ ਜ਼ਿਕਰ ਨਹੀਂ ਮਿਲਦਾਗਾ। ਨੰਬਰ 2, ਹਿੰਸਾਤਮਕ ਸਾਧਨਾਂ ਵਿੱਚ ਵਿਸ਼ਵਾਸ। ਆਲੋਚਕ ਕਹਿੰਦੇ ਕਿ ਜੇਕਰ ਤੁਹਾਡੇ ਜਿਹੜੇ ਉਦੇਸ਼ ਆ ਕੰਮ ਕਰਨ ਦੇ ਉਹ ਚੰਗੇ ਆ, ਤੁਹਾਡੇ ਸਾਧਨ ਵੀ ਚੰਗੇ ਹੋਣੇ ਚਾਹੀਦੇ ਆ, ਪਰ ਮਾਰਕਸ ਦੇ ਉਦੇਸ਼ ਚਾਹੇ ਚੰਗੇ ਆ ਪਰ ਉਹਨੇ ਮਾੜੇ ਸਾਧਨਾਂ ਅਰਥਾਤ ਹਿੰਸਕ ਸਾਧਨਾਂ ਰਾਹੀਂ ਮਜ਼ਦੂਰਾਂ ਦੀ ਕ੍ਰਾਂਤੀ ਜਾਂ ਮਜ਼ਦੂਰਾਂ ਦੀ ਤਾਨਾਸ਼ਾਹੀ ਸਥਾਪਿਤ ਕਰਨ ਦੀ ਗੱਲ ਆਖੀ ਹੈ। ਨੰਬਰ 3, ਇਤਿਹਾਸ ਦੀ ਭੌਤਿਕਵਾਦੀ ਵਿਆਖਿਆ ਠੀਕ ਨਹੀਂ। ਮਾਰਕਸ ਨੇ ਕਿਹਾ ਸੀ ਇਤਿਹਾਸ ਜਿਹੜਾ ਹੈ ਉਹ ਆਰਥਿਕ ਤੱਤ ਦੀ ਦੇਣ ਹੈ। ਆਰਥਿਕ ਤੱਤ ਹੀ ਇਤਿਹਾਸ ਦਾ ਨਿਰਮਾਣ ਕਰਦਾ ਹੈ, ਸਮਾਜ ਨੂੰ ਦਿਸ਼ਾ ਪ੍ਰਦਾਨ ਕਰਦਾ ਹੈ, ਪਰ ਆਲੋਚਕ ਕਹਿੰਦੇ ਆ ਕਿ ਸਿਰਫ ਆਰਥਿਕ ਤੱਤ ਇੱਕ ਮਹੱਤਵਪੂਰਨ ਤੱਤ ਹੈ ਪਰ ਉਹ ਇਕੱਲਾ ਤੱਤ ਨਹੀਂ ਹੈ। ਹੋਰ ਵੀ ਬਹੁਤ ਸਾਰੇ ਤੱਤ ਹਨ ਜਿਵੇਂ ਸੱਭਿਆਚਾਰਕ ਹੈ, ਮਨੋਵਿਗਿਆਨਕ ਹੈ, ਧਾਰਮਿਕ ਹੈ, ਹੋਰ ਵੀ ਬਹੁਤ ਸਾਰੇ ਤੱਤ ਨੇ ਜਿਹੜੇ ਇਤਿਹਾਸ ਦੇ ਨਿਰਮਾਣ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਹਨ। ਚੌਥੇ ਨੰਬਰ ਤੇ ਆ ਗਿਆ ਜੀ ਵਾਧੂ ਮੁੱਲ ਦਾ ਸਿਧਾਂਤ ਠੀਕ ਨਹੀਂ ਹੈ।
ਵਾਧੂ ਮੁੱਲ ਦੇ ਵਿੱਚ ਮਾਰਕਸ ਨੇ ਕਿਹਾ ਸੀ ਕਿ ਜਿੰਨਾ ਵੀ ਜਿਹੜਾ ਕਿਸੇ ਵਸਤੂ ਦਾ ਮੁੱਲ ਹੈ ਉਹ ਨਿਸ਼ਚਿਤ ਕੀਤਾ ਜਾਂਦਾ ਹੈ ਉਸ ਤੇ ਲੱਗੀ ਕਿਰਤ ਦੇ ਅਨੁਸਾਰ, ਔਰ ਉਹਦਾ ਸਾਰਾ ਮੁਨਾਫਾ ਕਿਰਤੀ ਨੂੰ ਮਿਲਣਾ ਚਾਹੀਦਾ ਹੈ। ਪਰ ਆਲੋਚਕ ਕਹਿੰਦੇ ਕਿ ਜੇਕਰ ਸਾਰਾ ਮੁਨਾਫਾ ਕਿਰਤੀ ਨੂੰ ਹੀ ਮਿਲਣਾ ਹੈ ਤਾਂ ਕੋਈ ਵਿਅਕਤੀ ਕਿਉਂ ਉਦਯੋਗ ਖੜਾ ਕਰੂਗਾ, ਕਿਉਂ ਕਾਰਖਾਨੇ ਮਸ਼ੀਨਾਂ ਦਾ ਨਿਰਮਾਣ ਕਰੂਗਾ, ਕਿਉਂ ਕੱਚਾ ਮਾਲ ਖਰੀਦੂਗਾ। ਇਸ ਲਈ ਇਹ ਤਾਂ ਠੀਕ ਹੈ ਆਲੋਚਕਾਂ ਦੇ ਅਨੁਸਾਰ ਕਿ ਉਦਯੋਗਪਤੀਆਂ ਜਾਂ ਪੂੰਜੀਪਤੀਆਂ ਦੁਆਰਾ ਮਜ਼ਦੂਰਾਂ ਦਾ ਸ਼ੋਸ਼ਣ ਨਾ ਕੀਤਾ ਜਾਵੇ, ਪਰ ਸਾਰਾ ਧਨ ਹੀ ਮਜ਼ਦੂਰਾਂ ਨੂੰ ਦੇ ਦੇਣਾ ਬਿਲਕੁਲ ਵੀ ਢੁਕਵਾਂ ਨਹੀਂ ਲੱਗਦਾ ਗਾ। ਪੰਜਵਾਂ ਪੁਆਇੰਟ ਹੈ ਜੀ, ਸ਼੍ਰੇਣੀ ਜਿੱਤ ਦਾ ਵਿਚਾਰ ਪੂਰਨ ਰੂਪ ਵਿੱਚ ਠੀਕ ਨਹੀਂ ਹੈ। ਮਾਰਕਸ ਨੇ ਦੋ ਹੀ ਸ਼੍ਰੇਣੀਆਂ ਦੀ ਗੱਲ ਕੀਤੀ ਹੈ, ਇੱਕ ਤਾਂ ਜਿਹਨੂੰ ਉਹਨੇ ਬੁਰਜੁਆਜ਼ ਕਿਹਾ ਪੂੰਜੀਪਤੀ ਸ਼੍ਰੇਣੀ ਹੈਵਜ਼, ਤੇ ਦੂਜੀ ਪ੍ਰੋਲੀਟੇਟ ਹੈਵ ਨੋਟਸ ਕੀਰਤੀ ਵਰਗ, ਔਰ ਦੋ ਹੀ ਸ਼੍ਰੇਣੀਆਂ ਆਪਸ ਦੇ ਵਿੱਚ ਟਕਰਾਉਂਦੀਆਂ ਰਹਿੰਦੀਆਂ ਉਹਦੇ ਅਨੁਸਾਰ। ਪਰ ਆਲੋਚਕ ਕਹਿੰਦੇ ਨਹੀਂ, ਅੱਜ ਦੇ ਜ਼ਮਾਨੇ ਦੇ ਵਿੱਚ ਤੁਸੀਂ ਦੇਖ ਲਓ ਕਿ ਤੀਜੀ ਜਿਹੜੀ ਹੈਗੀ ਹੈ ਸ਼੍ਰੇਣੀ ਵੀ ਹੈ ਜਿਹਨੂੰ ਅਸੀਂ ਮੱਧ ਵਰਗ ਕਹਿੰਦੇ ਹਾਂ, ਔਰ ਮੱਧ ਵਰਗ ਦਾ ਸਮਾਜ ਦੇ ਵਿਕਾਸ 'ਚ ਬਹੁਤ ਵੱਡਾ ਯੋਗਦਾਨ ਹੈ। ਔਰ ਅਗਲਾ ਪੁਆਇੰਟ ਹੈ ਜੀ, ਰਾਜ ਸ਼ੋਸ਼ਣ ਦਾ ਸਾਧਨ ਨਹੀਂ ਹੈ। ਮਾਰਕਸ ਰਾਜ ਨੂੰ ਸਿਰਫ ਤਾਂ ਸਿਰਫ ਪੂੰਜੀਪਤੀਆਂ ਦੁਆਰਾ ਗਰੀਬਾਂ ਦੇ ਸ਼ੋਸ਼ਣ ਦਾ ਸਾਧਨ ਸਮਝਦਾ ਸੀ, ਪਰ ਆਲੋਚਕ ਕਹਿੰਦੇ ਆ ਕਿ ਰਾਜ ਸ਼ੋਸ਼ਣ ਦਾ ਸਾਧਨ ਨਹੀਂ, ਰਾਜ ਕਲਿਆਣਕਾਰੀ ਵੀ ਹੈ। ਰਾਜ ਨੇ ਗਰੀਬਾਂ, ਮਜ਼ਦੂਰਾਂ ਤੇ ਹੋਰ ਲੋਕਾਂ ਦੇ ਲਈ ਬਹੁਤ ਕਲਿਆਣਕਾਰੀ ਕਾਰਜ ਕੀਤੇ ਆ। 7ਵੇਂ ਨੰਬਰ ਤੇ ਆ ਗਿਆ ਜੀ, ਸ਼੍ਰੇਣੀਹੀਣ ਅਤੇ ਰਾਜਹੀਣ ਸਮਾਜ ਸੰਭਵ ਨਹੀਂ ਹੈ। ਮਾਰਕਸ ਨੇ ਭਵਿੱਖਬਾਣੀ ਕੀਤੀ ਸੀ ਮਜ਼ਦੂਰਾਂ ਦੀ ਤਾਨਾਸ਼ਾਹੀ ਤੋਂ ਬਾਅਦ ਸ਼੍ਰੇਣੀਹੀਣ ਸਮਾਜ ਸਥਾਪਿਤ ਹੋ ਜਾਵੇਗਾ ਅਤੇ ਰਾਜ ਲੋਪ ਹੋ ਜਾਵੇਗਾ। ਇਸ ਤਰ੍ਹਾਂ ਜਿਹੜਾ ਸਮਾਜਵਾਦੀ ਸਮਾਜ ਹੈ ਉਹ ਸ਼੍ਰੇਣੀਹੀਣ ਅਤੇ ਰਾਜਹੀਣ ਹੋਵੇਗਾ। ਪਰ ਆਲੋਚਕ ਕਹਿੰਦੇ ਆ ਕਿ ਕਈ ਦੇਸ਼ਾਂ ਜਿਵੇਂ ਚੀਨ, ਰਸ਼ੀਆ ਔਰ ਕਿਊਬਾ, ਵੀਅਤਨਾਮ, ਲਾਓਸ ਆਦਿ ਦੇਸ਼ਾਂ ਵਿੱਚ ਸਮਾਜਵਾਦੀ ਸਮਾਜ ਦੀ ਸਥਾਪਨਾ ਤੋਂ ਬਾਅਦ ਵੀ ਸ਼੍ਰੇਣੀਹੀਣ ਅਤੇ ਰਾਜਹੀਣ ਸਮਾਜ ਦੀ ਸਥਾਪਨਾ ਨਹੀਂ ਹੋਈ ਹੈ। 8ਵੇਂ ਨੰਬਰ ਤੇ ਆ ਗਿਆ ਜੀ, ਇਹ ਸਿਧਾਂਤ ਧਰਮ ਵਿਰੋਧੀ ਹੈ। ਜਿਹੜਾ ਮਾਰਕਸ ਹੈ ਉਹਨੇ ਧਰਮ ਨੂੰ ਦੀ ਤੁਲਨਾ ਅਫੀਮ ਨਾਲ ਕੀਤੀ ਸੀ ਕਿ ਜਿਹੜੀ ਧਰਮ ਹੈ ਪੂੰਜੀਪਤੀਆਂ ਦੁਆਰਾ ਉਹਦਾ ਪ੍ਰਯੋਗ ਕਿਰਤੀਆਂ ਦੀ ਲੁੱਟ ਲਈ ਕੀਤਾ ਜਾਂਦਾ ਹੈ। ਕਿਰਤੀਆਂ ਨੂੰ, ਮਜ਼ਦੂਰਾਂ ਨੂੰ ਅਹਿਸਾਸ ਕਰਾਇਆ ਜਾਂਦਾ ਹੈ ਕਿ ਉਹਨਾਂ ਦੀ ਮਾੜੀ ਸਥਿਤੀ ਪਰਮਾਤਮਾ ਦੇ ਆਦੇਸ਼ ਜਾਂ ਉਹਨਾਂ ਦੇ ਮਾੜੇ ਕਰਮਾਂ ਦੇ ਕਾਰਨ ਹੈ। ਇਸ ਲਈ ਜਿਹੜਾ ਇਹ ਸਿਧਾਂਤ ਹੈ ਧਰਮ ਦੀ ਵਿਰੋਧਤਾ ਕਰਦਾ, ਪਰ ਧਰਮ ਵਿਅਕਤੀ ਦਾ ਨਿੱਜੀ ਮਾਮਲਾ ਹੈ। ਤਾਂ ਆਲੋਚਕ ਕਹਿੰਦੇ ਰਾਜਨੀਤਿਕ ਵਿਚਾਰਧਾਰਾ ਦੀ ਖਾਤਰ ਧਰਮ ਨੂੰ ਨਿੰਦਣਾ ਜਾਂ ਧਰਮ ਦਾ ਵਿਰੋਧ ਕਰਨਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ, ਕਿਉਂਕਿ ਇਹ ਵਿਅਕਤੀ ਦਾ ਨਿੱਜੀ ਮਾਮਲਾ ਹੈ। ਵਿਅਕਤੀ ਤੇ ਹੀ ਛੱਡ ਦੇਣਾ ਚਾਹੀਦਾ ਹੈ ਉਹ ਕਿਸ ਧਰਮ ਨੂੰ ਕਿਸ ਤਰੀਕੇ ਨਾਲ ਮੰਨਣਾ ਚਾਹੁੰਦਾ ਹੈ। ਮਾਰਕਸਵਾਦ ਦੀ ਮਹੱਤਤਾ। ਮਾਰਕਸਵਾਦੀ ਵਿਚਾਰਧਾਰਾ ਵਿੱਚ ਭਾਵੇਂ ਅਨੇਕਾਂ ਉਣਤਾਈਆਂ ਹਨ, ਪਰ ਇਸ ਸਿਧਾਂਤ ਨੂੰ ਮੰਨਣ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਮਾਰਕਸ ਦੁਆਰਾ ਦਿੱਤੇ ਗਏ ਬਹੁਤ ਸਾਰੇ ਵਿਚਾਰ ਠੀਕ ਜਾਪਦੇ ਹਨ। ਭਾਵੇਂ ਮਨੁੱਖੀ ਸਭਿਅਤਾ ਦੇ ਵਿਕਾਸ ਦਾ ਇੱਕੋ ਇੱਕ ਕਾਰਨ ਆਰਥਿਕ ਅਵਸਥਾਵਾਂ ਨਹੀਂ ਹਨ, ਪਰੰਤੂ ਇਹ ਪੂਰਨ ਰੂਪ ਵਿੱਚ ਸੱਚ ਹੈ ਕਿ ਆਰਥਿਕ ਅਵਸਥਾਵਾਂ ਮਹੱਤਵਪੂਰਨ ਅੰਦੋਲਨਾਂ ਨੂੰ ਜਨਮ ਦਿੰਦੀਆਂ ਹਨ ਅਤੇ ਇਤਿਹਾਸਕ ਘਟਨਾਵਾਂ ਦਾ ਕਾਰਨ ਬਣਦੀਆਂ ਹਨ। ਜੇਕਰ ਮਾਰਕਸ ਦੀਆਂ ਕੁਝ ਭਵਿੱਖਬਾਣੀਆਂ ਸੱਚੀਆਂ ਸਿੱਧ ਨਹੀਂ ਹੋਈਆਂ ਤਾਂ ਇਸ ਦਾ ਸਿੱਟਾ ਇਹ ਨਹੀਂ ਕਿ ਮਾਰਕਸਵਾਦੀ ਵਿਚਾਰਧਾਰਾ ਹੀ ਦੋਸ਼ਪੂਰਨ ਹੈ। ਇਹ ਵਿਚਾਰਧਾਰਾ ਪੂੰਜੀਪਤੀਆਂ ਦੁਆਰਾ ਕਿਰਤੀਆਂ ਦੇ ਸ਼ੋਸ਼ਣ ਦਾ ਵਿਰੋਧ ਕਰਦੀ ਹੈ। ਪੂੰਜੀਪਤੀਆਂ ਦੁਆਰਾ ਕਿਰਤੀਆਂ ਦਾ ਸ਼ੋਸ਼ਣ ਇਤਿਹਾਸ ਅਤੇ ਅਜੋਕੇ ਸਮੇਂ, ਅੱਜ ਦੇ ਸਮੇਂ ਦੀ ਵੀ ਸੱਚਾਈ ਹੈ। ਹੁਣ ਮਾਰਕਸ ਦੀ ਜਿਹੜੀ ਵਿਚਾਰਧਾਰਾ ਉਹਦੀ ਜੇਕਰ ਮਹੱਤਤਾ ਦੀ ਗੱਲ ਕਰੀਏ, ਅਸੀਂ ਉਹਦੀ ਆਲੋਚਨਾ ਪੜ੍ਹੀ, ਉਹਦੇ 'ਚ ਊਣਤਾਈਆਂ ਹਨ, ਪਰ ਇਹਨਾਂ ਊਣਤਾਈਆਂ ਦੇ ਹੋਣ ਦੇ ਬਾਵਜੂਦ ਵੀ ਇਹਦੀ ਮਹੱਤਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਵਿਚਾਰਧਾਰਾ ਜਿਹੜੀ ਹੈ ਇਹ ਪੂੰਜੀਪਤੀਆਂ ਦੁਆਰਾ ਕਿਰਤੀਆਂ ਦੇ ਸ਼ੋਸ਼ਣ ਦਾ ਵਿਰੋਧ ਕਰਦੀ ਹੈ, ਜਾਂ ਉਹ ਵਿਵਸਥਾ, ਪੂੰਜੀਵਾਦੀ ਵਿਵਸਥਾ ਜੋ ਕਿਰਤੀਆਂ ਦਾ ਸ਼ੋਸ਼ਣ ਕਰਦੀ ਹੈ ਉਹਦਾ ਖੰਡਨ ਕਰਦੀ ਹੈ, ਉਹਦੀ ਥਾਂ ਤੇ ਨਵੀਂ ਸਮਾਜਵਾਦੀ ਵਿਵਸਥਾ ਲਾਗੂ ਕਰਨ ਦੀ ਗੱਲ ਕਰਦੀ ਹੈ। ਔਰ ਜੇਕਰ ਉਸ ਦੀਆਂ ਕੁਝ ਜਿਹੜੀਆਂ ਗੱਲਾਂ ਨੇ ਉਹ ਸੱਚ ਸਾਬਤ ਨਹੀਂ ਹੋਈਆਂ ਗਈਆਂ ਭਵਿੱਖਬਾਣੀਆਂ, ਤਾਂ ਇਹਦਾ ਅਰਥ ਇਹ ਨਹੀਂ ਕਿ ਇਹ ਜਿਹੜੀ ਵਿਚਾਰਧਾਰਾ ਹੈ ਇਹਨੂੰ ਬਿਲਕੁਲ ਨਕਾਰਿਆ ਜਾਵੇ, ਬਲਕਿ ਮਾਰਕਸਵਾਦੀ ਵਿਚਾਰਧਾਰਾ ਅੱਜ ਵੀ ਰੈਲੇਵੈਂਟ ਹੈ, ਅੱਜ ਵੀ ਇਹਦਾ ਮਹੱਤਵ ਹੈ, ਕਿਉਂਕਿ ਅੱਜ ਵੀ ਪੂੰਜੀਪਤੀਆਂ ਦੁਆਰਾ ਕਿਰਤੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਅਜੋਕੇ ਸਮੇਂ ਦੀ ਵੀ ਇਹ ਸੱਚਾਈ ਹੈ। ਹਾਂਜੀ, ਇਹ ਸੀ ਅੱਜ ਮਾਰਕਸਵਾਦ ਅਤੇ ਉਹਦੇ ਪ੍ਰਸ਼ਨਾਂ ਉੱਤਰਾਂ ਦੀ ਦੁਹਰਾਈ। ਉਮੀਦ ਹੈ ਤੁਹਾਨੂੰ ਸਮਝ ਲੱਗਿਆ ਹੋਵੇਗਾ, ਜਾਣਕਾਰੀ ਪ੍ਰਾਪਤ ਹੋਈ ਹੋਵੇਗੀ, ਔਰ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ ਹੈ। ਉਸ ਦੇ ਨਾਲ ਹੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਦੇ ਆਈਕਨ ਨੂੰ ਕਲਿੱਕ ਕਰਕੇ ਵੀਡੀਓ ਦਾ ਨੋਟੀਫਿਕੇਸ਼ਨ ਔਨ ਕਰ ਸਕਦੇ ਹੋ। ਧੰਨਵਾਦ ਜੀ।